जज्बाती जिंदगी स्टोरीज चैनल 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਅੱਜ ਇੱਕ ਨਵੀਂ ਕਹਾਣੀ ਲੈ ਕੇ। ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਊਗੀ। ਗਿਆਨ ਸਿੰਘ ਜੀ ਦੀ ਨੂੰਹ ਬੜੀ ਹੀ ਉੱਚੀ ਆਵਾਜ਼ ਵਿੱਚ ਬੋਲਦੀ ਆ, ਹੱਦ ਹੋ ਗਈ। ਕੀ ਹੁਣ ਅਸੀਂ ਸਾਰੀ ਉਮਰ ਸੇਵਾ ਹੀ ਕਰਦੇ ਰਵਾਂਗੇ? ਹੁਣ ਤੱਕ ਮੰਮੀ ਜੀ ਤੰਦਰੁਸਤ ਸੀ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਹੁਣ ਮੰਮੀ ਜੀ ਨੇ ਮੰਜਾ ਫੜ ਲਿਆ ਹੈ ਤਾਂ ਉਹਨਾਂ ਦੀ ਦੇਖਭਾਲ ਸਭ ਨੂੰ ਕਰਨੀ ਚਾਹੀਦੀ ਆ। ਉਹਨਾਂ ਦੇ 3 ਨੂੰਹ ਪੁੱਤ ਹਨ ਤਾਂ ਮਾਂ-ਬਾਪ ਦਾ ਬੋਝ ਵੀ ਤਿੰਨਾਂ ਤੇ ਬਰਾਬਰ ਪੈਣਾ ਚਾਹੀਦਾ ਹੈ। ਹੁਣ ਜਦ ਸਭ ਕੁਝ ਦਾ ਬਟਵਾਰਾ ਹੋ ਰਿਹਾ ਤਾਂ ਲੱਗੇ ਹੱਥ ਮਾਂ-ਪਿਓ ਦਾ ਬਟਵਾਰਾ ਵੀ ਕਰ ਲੈਣਾ ਚਾਹੀਦਾ। ਜਦੋਂ ਵੱਡੀ ਨੂੰਹ ਨੇ ਇੰਨਾ ਕਿਹਾ ਤਾਂ ਵਿਚਕਾਰਲੀ ਨੂੰਹ ਨੇ ਵੀ ਉਸ ਦਾ ਸਾਥ ਦਿੱਤਾ। ਹਾਂ ਦੀਦੀ, ਤੁਸੀਂ ਸਹੀ ਕਹਿ ਰਹੇ ਹੋ। ਮੰਮੀ ਡੈਡੀ ਜੀ ਦਾ ਬਟਵਾਰਾ ਵੀ 3-3 ਮਹੀਨਿਆਂ ਲਈ ਕਰ ਲੈਂਦੇ ਹਾਂ। ਪਹਿਲੇ 3 ਮਹੀਨੇ ਤੁਸੀਂ ਰੱਖ ਲੈਣਾ, ਸ਼ੁਰੂਆਤ ਤੁਹਾਡੇ ਤੋਂ ਕਰਾਂਗੇ। ਉਸਦੀ ਇੰਨੀ ਗੱਲ ਸੁਣ ਕੇ ਵੱਡੀ ਨੂੰ ਭੜਕ ਗਈ ਕਿ ਸ਼ੁਰੂਆਤ ਮੇਰੇ ਤੋਂ ਹੀ ਕਿਉਂ, ਤੂੰ ਵੀ ਤਾਂ ਆਪਣੇ ਕੋਲ ਰੱਖ ਸਕਦੀ ਆ। ਤਾਂ ਉਹਨਾਂ ਦਾ ਵੱਡਾ ਮੁੰਡਾ ਬੋਲਿਆ, ਓਹੋ, ਇਹਦੇ ਵਿੱਚ ਇੰਨਾ ਲੜਨ ਵਾਲੀ ਕਿਹੜੀ ਗੱਲ ਆ? ਮੇਰੀ ਦੂਜੇ ਭਰਾ ਨਾਲ ਗੱਲ ਹੋ ਗਈ ਆ, ਉਹ ਕੱਲ ਸਵੇਰੇ ਇੱਥੇ ਪਹੁੰਚ ਜਾਵੇਗਾ ਤੇ ਫਿਰ ਸਭ ਕੁਝ ਤੈਅ ਹੋ ਜਾਵੇਗਾ। ਮੈਂ ਤਾਂ ਕਹਿੰਦਾ ਹਾਂ, ਸਗੋਂ ਲੜਾਈ ਤੋਂ ਚੰਗਾ ਕਿ ਮੰਮੀ ਡੈਡੀ ਜੀ ਦੇ ਨਾਮ ਦੀ ਪਰਚੀ ਕੱਢ ਲੈਂਦੇ ਹਾਂ। ਜਿਸ ਦੇ ਨਾਮ ਦੀ ਪਰਚੀ ਨਿਕਲੂਗੀ ਉਹ ਉਹਨਾਂ ਦੋਨਾਂ ਨੂੰ ਪਹਿਲੇ 3 ਮਹੀਨੇ ਰੱਖ ਲਵੇਗਾ। ਘਰ ਦੇ ਬਰਾਂਡੇ ਵਿੱਚ ਟਹਿਲ ਰਹੇ ਗਿਆਨ ਸਿੰਘ ਜੀ ਆਪਣੇ ਨੂੰਹਾਂ ਪੁੱਤਾਂ ਦੀਆਂ ਸਾਰੀਆਂ ਗੱਲਾਂ ਸੁਣ ਰਹੇ ਸੀ। ਆਪਣੇ ਕਮਰੇ ਵਿੱਚ ਆ ਕੇ ਆਪਣੀ ਪਤਨੀ ਨੂੰ ਕਹਿਣ ਲੱਗੇ, ਵੇਖ ਰਹੀ ਹਾਂ ਕਰਮਾਂ ਵਾਲੀਏ, ਇਹ ਉਹੀ ਪੁੱਤਰ ਹਨ ਜੋ ਕਦੇ ਇਸ ਗੱਲ ਦੀ ਪਰਚੀ ਪਾਉਂਦੇ ਸੀ ਕਿ ਮਾਂ ਦੇ ਨਾਲ ਕੌਣ ਸੌਵੇਗਾ। ਹੁਣ ਸਾਡੇ ਉਹੀ ਪੁੱਤਰ ਸਾਡੇ ਨਾਂ ਦੀ ਪਰਚੀ ਕੱਢਣਗੇ ਕਿ ਜਿਸ ਦੇ ਹਿੱਸੇ ਵਿੱਚ ਸਾਡਾ ਨਾਮ ਆਊਗਾ ਉਹ ਸਾਨੂੰ ਪਹਿਲਾਂ ਰੱਖੂਗਾ, ਕਿਉਂਕਿ ਹੁਣ ਸਾਨੂੰ ਕੋਈ ਵੀ ਰੱਖਣਾ ਨਹੀਂ ਚਾਹੁੰਦਾ। ਬਸ ਆਹੀ ਦਿਨ ਦੇਖਣੇ ਬਾਕੀ ਰਹਿੰਦੇ ਸੀ। ਇਸ ਉਮਰ ਵਿੱਚ ਨੂੰਹਾਂ ਪੁੱਤਾਂ ਦੇ ਝਗੜੇ ਤਾਂ ਇੰਨੇ ਦਿਨਾਂ ਤੋਂ ਦੇਖ ਹੀ ਰਹੇ ਸੀ। ਹੁਣ ਤੱਕ ਤਾਂ ਕੇਵਲ ਧਨ ਦੌਲਤ ਤੇ ਜਾਇਦਾਦ ਦਾ ਬਟਵਾਰਾ ਕਰਨ ਦੀ ਗੱਲ ਚੱਲਦੀ ਆ ਰਹੀ ਸੀ, ਪਰ ਉਸ ਸਭ ਨਾਲ ਵੀ ਉਹਨਾਂ ਦਾ ਮਨ ਨਹੀਂ ਭਰਿਆ ਤਾਂ ਹੁਣ ਉਹ ਆਪਣੇ ਮਾਂ-ਬਾਪ ਦਾ ਵੀ ਬਟਵਾਰਾ ਕਰਨਾ ਚਾਹੁੰਦੇ ਹਨ। ਕਿ ਇਹ ਦਿਨ ਦੇਖਣ ਲਈ ਅਸੀਂ ਆਪਣੇ ਪੁੱਤਰਾਂ ਨੂੰ ਪੈਰਾਂ ਸਿਰ ਕੀਤਾ, ਪੜ੍ਹਾ ਲਿਖਾ ਕੇ ਕਾਬਲ ਬਣਾਇਆ ਕਿ ਇਹ ਵਿਆਹ ਤੋਂ ਬਾਅਦ ਆਪਣੀਆਂ ਘਰਵਾਲੀਆਂ ਦੇ ਪਿੱਛੇ ਲੱਗ ਕੇ ਸਾਡਾ ਜਿਉਣਾ ਦੁੱਭਰ ਕਰ ਦੇਣਗੇ। ਆਪਣੇ ਪਤੀ ਗਿਆਨ ਸਿੰਘ ਜੀ ਦੀ ਗੱਲ ਸੁਣ ਕੇ ਉਹਨਾਂ ਦੀ ਪਤਨੀ ਨੇ ਕਿਹਾ, ਫਿਕਰ ਤਾਂ ਮੈਨੂੰ ਵੀ ਬਹੁਤ ਹੋ ਰਿਹਾ, ਪਰ ਜਦੋਂ ਆਪਣੀ ਹੀ ਔਲਾਦ ਖੋਟੀ ਹੋਵੇ ਤਾਂ ਕੀ ਕੀਤਾ ਜਾ ਸਕਦਾ। ਤੁਸੀਂ ਸਬਰ ਰੱਖੋ, ਪਰਮਾਤਮਾ ਸਭ ਠੀਕ ਕਰੂਗਾ, ਬਿਨਾਂ ਵਜ੍ਹਾ ਚਿੰਤਾ ਨਾ ਕਰੋ। ਮੈਂ ਤਾਂ ਪਹਿਲਾਂ ਹੀ ਬਿਮਾਰ ਪਈ ਹਾਂ ਤੇ ਜੇਕਰ ਤੁਹਾਨੂੰ ਕੁਝ ਹੋ ਗਿਆ ਤਾਂ ਤੁਹਾਡਾ ਖਿਆਲ ਕੌਣ ਰੱਖੂਗਾ। ਵੀਲ ਚੇਅਰ ਤੇ ਬੈਠੀ ਉਹਨਾਂ ਦੀ ਪਤਨੀ ਲੜਖੜਾਉਂਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ, ਪਰ ਕਰਮਾਂ ਵਾਲੀਏ, ਹੁਣ ਮੇਰੇ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੁੰਦਾ। ਹੁਣ ਸਾਡੇ ਬੱਚੇ ਸਾਡਾ ਫੈਸਲਾ ਪਰਚੀ ਕੱਟ ਕੇ ਕਰਨਗੇ। ਪਤਾ ਨਹੀਂ ਪਰਮਾਤਮਾ ਨੇ ਸਾਡੇ ਕਰਮਾਂ ਵਿੱਚ ਹੋਰ ਕੀ ਕੀ ਵੇਖਣਾ ਲਿਖਿਆ ਹੈ। ਇੰਨਾ ਕਹਿ ਕੇ ਉਹ ਉਦਾਸ ਮਨ ਨਾਲ ਆਪਣੇ ਮੰਜੇ ਤੇ ਜਾ ਕੇ ਸੌਂ ਗਈ। ਉਧਰ ਹਾਲਾਤ ਤੋਂ ਮਜਬੂਰ ਗਿਆਨ ਸਿੰਘ ਜੀ ਦੀ ਪਤਨੀ ਆਪਣੇ ਹੰਝੂ ਲੁਕਾਉਂਦੀ ਹੋਈ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਵਿੱਚ ਗੁਆਚ ਗਈ। ਉਹ ਵਧਾਈ ਹੋਵੇ ਤੈਨੂੰ ਭਾਬੀ, ਤੀਜੀ ਵਾਰ ਵੀ ਤੇਰੇ ਘਰ ਪੁੱਤ ਪੈਦਾ ਹੋਇਆ। ਹੁਣ ਤਾਂ ਤੇਰੇ ਘਰ ਵਿੱਚ ਧਨ ਦੌਲਤ ਦੀ ਕੋਈ ਕਮੀ ਨਹੀਂ ਹੋਵੇਗੀ। ਜਿਸ ਦੇ 3 ਪੁੱਤਰ ਹੋਣ ਉਸ ਦੀ ਤਾਂ ਐਸ਼ ਹੀ ਐਸ਼ ਆ। ਤਿੰਨੋਂ ਪੁੱਤਰ ਇਸ ਗੱਲ ਲਈ ਝਗੜਿਆ ਕਰਨਗੇ ਕਿ ਮਾਂ-ਬਾਪ ਨੂੰ ਮੈਂ ਨਾਲ ਰੱਖੂੰਗਾ। ਇਹ ਸਾਰੀਆਂ ਗੱਲਾਂ ਤੀਜਾ ਪੁੱਤਰ ਪੈਦਾ ਹੋਣ ਤੇ ਗਿਆਨ ਸਿੰਘ ਜੀ ਦੀ ਭੈਣ ਨੇ ਗਿਆਨ ਸਿੰਘ ਜੀ ਦੀ ਪਤਨੀ ਨੂੰ ਕਹੀਆਂ ਸੀ। ਗਿਆਨ ਸਿੰਘ ਜੀ ਦੇ ਦੋਨੋਂ ਵੱਡੇ ਪੁੱਤਰ ਤੇ 2 ਨੂੰਹਾਂ ਸਾਂਝੇ ਪਰਿਵਾਰ ਦਾ ਹਿੱਸਾ ਹਨ। ਦੋਨੋਂ ਵੱਡੇ ਪੁੱਤਰ ਹੀ ਪਿਤਾ ਦਾ ਕਾਰੋਬਾਰ ਸੰਭਾਲਦੇ ਹਨ, ਜਦਕਿ ਤੀਸਰਾ ਪੁੱਤਰ ਚੰਡੀਗੜ੍ਹ ਵਿੱਚ ਨੌਕਰੀ ਕਰਦਾ ਹੈ, ਜਿਸ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ। ਗਿਆਨ ਸਿੰਘ ਜੀ ਦੀਆਂ ਦੋਨੋਂ ਵੱਡੀਆਂ ਨੂੰਹਾਂ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਬਣਦੀ। ਵੱਡੀ ਨੂੰ ਘਰ ਵਿੱਚ ਜੋ ਵੀ ਕੰਮ ਕਰਦੀ ਉਹ ਵਿਚਕਾਰਲੀ ਨੂੰ
ਬਿਲਕੁਲ ਵੀ ਚੰਗਾ ਨਾ ਲੱਗਦਾ। ਬਹੁਤ ਵਾਰ ਦੋਨੇ ਨੂੰਹਾਂ ਰਸੋਈ ਵਿੱਚ ਹੀ ਕੁੱਤੇ ਬਿੱਲੀ ਵਾਂਗੂ ਲੜਾਈ ਕਰਨ ਲੱਗਦੀਆਂ ਤੇ ਸਾਰਾ ਘਰ ਸਿਰ ਤੇ ਚੱਕ ਲੈਂਦੀਆਂ। ਇਸ ਗੱਲ ਦਾ ਖਮਿਆਜਾ ਗਿਆਨ ਸਿੰਘ ਜੀ ਤੇ ਉਹਨਾਂ ਦੀ ਪਤਨੀ ਨੂੰ ਭੁਗਤਣਾ ਪੈਂਦਾ, ਕਿਉਂਕਿ ਦੋਨੇ ਨੂੰਹਾਂ ਵਿੱਚੋਂ ਕੋਈ ਵੀ ਆਪਣੇ ਸੱਸ ਸਹੁਰੇ ਨੂੰ ਚਾਹ ਰੋਟੀ ਦੇਣ ਲਈ ਰਾਜੀ ਨਹੀਂ ਸੀ ਹੁੰਦੀਆਂ। ਕਿੰਨੀ ਵਾਰ ਤਾਂ ਇਸ ਤਰ੍ਹਾਂ ਹੋਇਆ ਸੀ ਕਿ ਦੋਨੇ ਨੂੰਹਾਂ ਪੂਰਾ ਦਿਨ ਹੀ ਰਸੋਈ ਵਿੱਚ ਪੈਰ ਨਾ ਰੱਖਦੀਆਂ ਤੇ ਆਪ ਬਾਹਰੋਂ ਖਾਣਾ ਮੰਗਵਾ ਕੇ ਖਾ ਲੈਂਦੀਆਂ। ਆਪਣੇ ਆਪਣੇ ਘਰ ਵਾਲਿਆਂ ਨੂੰ ਵੀ ਉਹਨਾਂ ਨੇ ਕਹਿ ਦੇਣਾ ਕਿ ਤੁਸੀਂ ਵੀ ਬਾਹਰੋਂ ਹੀ ਖਾ ਲੈਣਾ, ਤੇ ਬੱਚਿਆਂ ਨੂੰ ਵੀ ਸਕੂਲ ਦੀ ਕੰਟੀਨ ਚੋਂ ਹੀ ਖਾਣ ਨੂੰ ਕਹਿ ਦਿੰਦੀਆਂ, ਤਾਂ ਕਿ ਦੋਨਾਂ ਦਰਾਣੀ ਜਠਾਣੀ ਨੂੰ ਇੱਕ ਦੂਜੇ ਦਾ ਮੂੰਹ ਨਾ ਵੇਖਣਾ ਪਵੇ। ਇਸ ਕਰਕੇ ਘਰ ਦਾ ਬਣਿਆ ਖਾਣਾ ਵੀ ਨਹੀਂ ਮਿਲ ਸਕਦਾ ਸੀ। ਬਾਕੀ ਸਭ ਤਾਂ ਬਾਹਰੋਂ ਖਾਣਾ ਖਾ ਕੇ ਟਾਈਮ ਪਾਸ ਕਰ ਲੈਂਦੇ ਸੀ, ਪਰ ਗਿਆਨ ਸਿੰਘ ਜੀ ਤੇ ਉਹਨਾਂ ਦੀ ਪਤਨੀ ਨੂੰ ਬਾਹਰ ਦਾ ਖਾਣਾ ਹਜਮ ਨਹੀਂ ਸੀ ਹੁੰਦਾ। ਪਰ ਇਸ ਗੱਲ ਦੀ ਕਿਸੇ ਨੂੰ ਵੀ ਰਤਾ ਫਿਕਰ ਨਹੀਂ ਸੀ। ਅੰਤ ਹਾਰ ਕੇ ਗਿਆਨ ਸਿੰਘ ਜੀ ਦੀ ਪਤਨੀ ਹਿੰਮਤ ਕਰਕੇ ਰਸੋਈ ਵਿੱਚ ਜਾਂਦੀ ਤੇ ਹਲਕਾ ਫੁਲਕਾ ਖਿਚੜੀ ਜਾਂ ਦਲੀਆ ਆਪਣੇ ਦੋਵਾਂ ਲਈ ਬਣਾ ਲੈਂਦੀ। ਇਸ ਗੱਲ ਤੇ ਵੀ ਦੋਵੇਂ ਨੂੰਹਾਂ ਚੀਕਣ ਲੱਗਦੀਆਂ ਕਿ ਮੰਮੀ ਜੀ, ਖਾਣਾ ਬਣਾਉਣ ਤੋਂ ਬਾਅਦ ਤੁਸੀਂ ਰਸੋਈ ਕਿੰਨੀ ਗੰਦੀ ਕਰਤੀ, ਹੁਣ ਰਸੋਈ ਸਾਫ਼ ਕੌਣ ਕਰੂਗਾ। ਗਿਆਨ ਸਿੰਘ ਜੀ ਦੀ ਪਤਨੀ ਦੀ ਕਾਫੀ ਉਮਰ ਹੋ ਗਈ ਸੀ ਤੇ ਉੱਪਰੋਂ ਸਰੀਰ ਨੂੰ ਬਿਮਾਰੀਆਂ ਨੇ ਘੇਰ ਲਿਆ ਸੀ। ਡਾਕਟਰ ਨੇ ਤਾਂ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੋਈ ਸੀ, ਪਰ ਜਦੋਂ ਦੋਵੇਂ ਨੂੰਹਾਂ ਹੀ ਸੱਸ ਸਹੁਰੇ ਨੂੰ ਖਾਣਾ ਦੇਣ ਤੋਂ ਪੱਲਾ ਝਾੜ ਜਾਂਦੀਆਂ ਸੀ ਤਾਂ ਉਹਨਾਂ ਨੂੰ ਹੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਸੀ। ਗਿਆਨ ਸਿੰਘ ਜੀ ਦਾ ਪਰਿਵਾਰ ਉਹਨਾਂ ਦੇ ਖਾਨਦਾਨੀ ਘਰ ਵਿੱਚ ਹੀ ਰਹਿੰਦਾ ਸੀ। ਗਿਆਨ ਸਿੰਘ ਜੀ ਆਪਣੀ ਪਤਨੀ ਨਾਲ ਸਭ ਤੋਂ ਹੇਠਾਂ ਵਾਲੇ ਫਲੋਰ ਤੇ ਰਹਿੰਦੇ ਸਨ ਤੇ ਦੋਨੇ ਨੂੰਹਾਂ ਤੇ ਬੱਚੇ ਉੱਪਰ ਵਾਲੀ ਮੰਜ਼ਲ ਤੇ ਬਣੇ ਆਪਣੇ ਆਪਣੇ ਕਮਰਿਆਂ ਵਿੱਚ ਰਹਿੰਦੇ ਸੀ। ਵੈਸੇ ਤਾਂ ਉਹ ਮਕਾਨ ਇੰਨਾ ਵੱਡਾ ਸੀ ਕਿ ਦੋਨੇ ਨੂੰਹਾਂ ਨੂੰ ਉੱਪਰ ਰਹਿਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਮਕਾਨ ਦੇ ਹੇਠਾਂ ਵਾਲੇ ਹਿੱਸੇ ਦੇ ਕਮਰੇ ਖਾਲੀ ਪਏ ਹੋਏ ਸੀ, ਪਰ ਕੋਈ ਵੀ ਨੂੰਹ ਹੇਠਾਂ ਰਹਿਣ ਲਈ ਤਿਆਰ ਨਹੀਂ ਸੀ ਹੋਈ, ਕਿਉਂਕਿ ਸੱਸ ਸਹੁਰੇ ਦਾ ਕਮਰਾ ਹੇਠਾਂ ਸੀ ਤੇ ਉਹਨਾਂ ਨੂੰ ਮਿਲਣ ਲਈ ਕੋਈ ਨਾ ਕੋਈ ਰਿਸ਼ਤੇਦਾਰ ਕਦੇ ਕਦਾਈ ਆ ਜਾਂਦਾ ਸੀ। ਉੱਪਰ ਰਹਿੰਦੇ ਹੋਏ ਉਹਨਾਂ ਨੂੰ ਮਹਿਮਾਨਾਂ ਨੂੰ ਚਾਹ ਪਾਣੀ ਨਹੀਂ ਸੀ ਦੇਣਾ ਪੈਂਦਾ। ਦੂਜਾ, ਨੂੰਹਾਂ ਜਾਣਦੀਆਂ ਸੀ ਕਿ ਜੋ ਵੀ ਹੇਠਾਂ ਵਾਲੇ ਕਮਰੇ ਵਿੱਚ ਰਹੇਗਾ ਉਸਦੀ ਆਜ਼ਾਦੀ ਖਤਮ ਹੋ ਜਾਵੇਗੀ ਤੇ ਕੋਈ ਵੀ ਆਪਣੀ ਆਜ਼ਾਦੀ ਨੂੰ ਨਹੀਂ ਗਵਾਉਣਾ ਚਾਹੁੰਦਾ ਸੀ। ਦੋਨਾਂ ਨੂੰਹਾਂ ਨੂੰ ਬਾਹਰ ਘੁੰਮਣ ਫਿਰਨ ਦਾ ਤੇ ਬਾਹਰੋਂ ਖਾਣ ਪੀਣ ਦਾ ਬਹੁਤ ਸ਼ੌਂਕ ਸੀ, ਇਸ ਲਈ ਅਕਸਰ ਘਰੇ ਘੱਟ ਹੀ ਖਾਣਾ ਬਣਦਾ ਸੀ। ਇਹ ਗੱਲ ਗਿਆਨ ਸਿੰਘ ਜੀ ਨੂੰ ਅੰਦਰ ਹੀ ਅੰਦਰ ਖਟਕਦੀ ਰਹਿੰਦੀ ਸੀ। ਉਹਨਾਂ ਦੀ ਪਤਨੀ ਨੂੰ ਬਿਮਾਰ ਹੋਣ ਦੇ ਬਾਵਜੂਦ ਵੀ ਘਰ ਦਾ ਤੇ ਰਸੋਈ ਦਾ ਕੰਮ ਕਰਨਾ ਪੈਂਦਾ ਸੀ। ਇਸ ਲਈ ਨੂੰਹਾਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਇੱਕ ਦਿਨ ਗਿਆਨ ਸਿੰਘ ਜੀ ਆਪਣੇ ਦੋਨਾਂ ਪੁੱਤਰਾਂ ਨੂੰ ਬੁਲਾ ਕੇ ਕਹਿਣ ਲੱਗੇ, ਤੁਹਾਨੂੰ ਪਤਾ ਹੀ ਆ ਕਿ ਤੁਹਾਡੀ ਮਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਤੇ ਤੁਹਾਡੀਆਂ ਘਰ ਵਾਲੀਆਂ ਅਕਸਰ ਹੀ ਬਾਹਰ ਚਲੀਆਂ ਜਾਂਦੀਆਂ ਹਨ ਤਾਂ ਕਿ ਉਹਨਾਂ ਨੂੰ ਰਸੋਈ ਵਿੱਚ ਖਾਣਾ ਨਾ ਬਣਾਉਣਾ ਪਵੇ ਤੇ ਘਰ ਦਾ ਕੰਮ ਨਾ ਕਰਨਾ ਪਵੇ। ਪਰ ਇਹ ਗੱਲ ਬਿਲਕੁਲ ਠੀਕ ਨਹੀਂ ਆ। ਜੇਕਰ ਦੋਨਾਂ ਨੂੰਹਾਂ ਦੀ ਆਪਸ ਵਿੱਚ ਨਹੀਂ ਬਣਦੀ ਤਾਂ ਉਹ ਘਰ ਦਾ ਕੰਮ ਵੰਡ ਲੈਣ, ਇੱਕ ਸਵੇਰੇ ਰੋਟੀ ਬਣਾ ਲਿਆ ਕਰੇ ਤੇ ਇੱਕ ਸ਼ਾਮ ਨੂੰ। ਪਰ ਇਸ ਤਰ੍ਹਾਂ ਰਸੋਈ ਦੇ ਕੰਮ ਤੋਂ ਬਚਦੇ ਰਹਿਣਾ ਕਿੱਥੋਂ ਦੀ ਅਕਲਮੰਦੀ ਆ। ਪਿਤਾ ਦੀ ਗੱਲ ਸੁਣ ਕੇ ਦੋਨਾਂ ਪੁੱਤਰਾਂ ਨੇ ਆਪਣੀਆਂ ਆਪਣੀਆਂ ਘਰ ਵਾਲੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਦੋਵੇਂ ਇਹ ਗੱਲ ਸਮਝਣ ਲਈ ਤਿਆਰ ਹੀ ਨਹੀਂ ਸੀ, ਪਰ ਇੱਕ ਦਿਨ ਜਦੋਂ ਉਹਨਾਂ ਦੋਵਾਂ ਦੇ ਘਰ ਵਾਲਿਆਂ ਦੀ ਬਾਹਰੋਂ ਖਾਣਾ ਖਾਣ ਨਾਲ ਇਕੱਠੇ ਹੀ ਤਬੀਅਤ ਖਰਾਬ ਹੋ ਗਈ ਤਾਂ ਦੋਨਾਂ ਨੂੰਹਾਂ ਨੇ ਘਰ ਦਾ ਕੰਮ ਵੰਡ ਲਿਆ ਤੇ ਵਾਰੀ-ਵਾਰੀ ਸਵੇਰ ਸ਼ਾਮ ਰੋਟੀ ਬਣਾਉਣ ਲੱਗੀਆਂ ਤਾਂ ਕਿ ਉਹਨਾਂ ਨੂੰ ਇੱਕ ਦੂਜੇ ਦੇ ਮੱਥੇ ਨਾ ਲੱਗਣਾ ਪਵੇ। ਹੁਣ ਸਵੇਰੇ ਤੇ ਸ਼ਾਮ ਦਾ 2 ਟਾਈਮ ਦਾ ਖਾਣਾ ਗਿਆਨ ਸਿੰਘ ਜੀ ਨੂੰ ਟਾਈਮ ਤੇ ਮਿਲਣ ਲੱਗਾ ਸੀ।
ਪਰ ਪਿਆਰ ਤੇ ਇੱਜ਼ਤ ਨਾਲ ਨਹੀਂ। ਦੋਨੇ ਨੂੰਹਾਂ ਸੱਸ ਸਹੁਰੇ ਨਾਲ ਗੱਲ ਕਰਨਾ ਵੀ ਜ਼ਰੂਰੀ ਨਹੀਂ ਸੀ ਸਮਝਦੀਆਂ। ਇੱਕ ਦਿਨ ਗਿਆਨ ਸਿੰਘ ਜੀ ਦੀ ਪਤਨੀ ਨੇ ਆਪਣੀ ਛੋਟੀ ਨੂੰਹ ਨੂੰ ਸਿਰਫ ਇੰਨਾ ਹੀ ਕਿਹਾ ਕਿ ਧੀਏ, ਅੱਜ ਖਾਣੇ ਵਿੱਚ ਨਮਕ ਥੋੜਾ ਜ਼ਿਆਦਾ ਸੀ। ਮੈਨੂੰ ਬਲੱਡ ਪ੍ਰੈਸ਼ਰ ਦੀ ਤਕਲੀਫ ਆ, ਤਾਂ ਨਮਕ ਥੋੜਾ ਘੱਟ ਹੀ ਪਾਇਆ ਕਰ। ਉਹਨਾਂ ਦੇ ਸਿਰਫ ਇੰਨਾ ਹੀ ਕਹਿਣ ਤੇ ਨੂੰਹ ਨੇ ਹੱਲਾ ਮਚਾ ਦਿੱਤਾ ਕਿ ਮੰਮੀ, ਤੁਸੀਂ ਇੱਕ ਕੰਮ ਕਿਉਂ ਨਹੀਂ ਕਰਦੇ? ਤੁਸੀਂ ਦੋਨੋਂ ਟਾਈਮ ਦਾ ਖਾਣਾ ਆਪਣੀ ਲਾਡਲੀ ਨੂੰਹ ਤੋਂ ਕਿਉਂ ਨਹੀਂ ਬਣਵਾ ਲੈਂਦੇ? ਉਹ ਤਾਂ ਮੇਰੇ ਤੋਂ ਵੀ ਵਧੀਆ ਖਾਣਾ ਬਣਾਉਂਦੀ ਹੋਊਗੀ ਨਾ। ਇਸੇ ਲਈ ਤਾਂ ਤੁਸੀਂ ਮੇਰੇ ਬਣਾਏ ਖਾਣੇ ਵਿੱਚ ਨੁਕਸ ਕੱਢੀ ਜਾ ਰਹੇ ਹੋ। ਇੱਕ ਤਾਂ ਇਸ ਬੁਢਾਪੇ ਵਿੱਚ ਇਹਨਾਂ ਦੀ ਆਗਿਆ ਤਾਂ ਆਗਿਆ ਲਓ, ਸੇਵਾ ਕਰੋ, ਉੱਤੋਂ ਇਹਨਾਂ ਦੀਆਂ ਗੱਲਾਂ ਵੀ ਸੁਣੋ। ਥੋੜਾ ਜਿਹਾ ਰਸੋਈ 'ਚ ਤਾਂ ਆ ਕੇ ਦੇਖੋ ਕਿੰਨੀ ਗਰਮੀ ਆ। ਇੱਕ ਤਾਂ ਇੰਨੀ ਗਰਮੀ 'ਚ ਖਾਣਾ ਬਣਾ ਰਹੀ ਆ ਤੇ ਉੱਪਰੋਂ ਤੁਸੀਂ ਨਖਰੇ ਦਿਖਾ ਰਹੇ ਹੋ। ਜੇਕਰ ਤੁਸੀਂ ਇਸ ਤਰ੍ਹਾਂ ਹੀ ਮੇਰੇ ਬਣਾਏ ਖਾਣੇ ਵਿੱਚ ਨੱਕ ਬੁੱਲ ਕੱਢਣੇ ਹਨ ਤਾਂ ਮੇਰੇ ਤੋਂ ਤੁਹਾਡਾ ਖਾਣਾ ਨਹੀਂ ਬਣਾਇਆ ਜਾਂਦਾ। ਆਪਣੀ ਲਾਡਲੀ ਨੂੰਹ ਤੋਂ ਹੀ ਬਣਵਾ ਲਓ। ਉਧਰ ਜਦ ਵੱਡੀ ਨੂੰਹ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਸੋਚਣ ਲੱਗੀ ਕਿ ਕਿਤੇ ਦੋਨੇ ਟਾਈਮ ਦਾ ਖਾਣਾ ਸੱਸ ਸਹੁਰੇ ਨੂੰ ਉਸਨੂੰ ਹੀ ਨਾ ਦੇਣਾ ਪੈ ਜਾਵੇ। ਉਹ ਕਹਿਣ ਲੱਗੀ, ਮੰਮੀ, ਜੋ ਵੀ ਮਿਲਦਾ ਹੈ ਖਾ ਲਿਆ ਕਰੋ, ਕਿਉਂ ਬਿਨਾਂ ਵਜ੍ਹਾ ਟੋਕਾ ਟਕਾਈ ਕਰਦੇ ਰਹਿੰਦੇ ਹੋ? ਤੁਹਾਨੂੰ ਪਤਾ ਕਿ ਅਸੀਂ ਦੋਵੇਂ ਤਾਂ ਬਾਹਰੋਂ ਖਾਣਾ ਮੰਗਾ ਕੇ ਵੀ ਖਾ ਲੈਂਦੀਆਂ ਹਾਂ, ਪਰ ਤੁਹਾਡਾ ਖਾਣਾ ਬਾਹਰੋਂ ਨਹੀਂ ਚੱਲ ਸਕਦਾ, ਕਿਉਂਕਿ ਤੁਹਾਨੂੰ ਡਾਕਟਰ ਨੇ ਕਾਫੀ ਚੀਜ਼ਾਂ ਤੋਂ ਪਰਹੇਜ਼ ਕਰਨ ਨੂੰ ਕਿਹਾ ਹੈ। ਤੇ ਹੁਣ ਜਦੋਂ ਘਰ ਵਿੱਚ ਰੋਜ਼-ਰੋਜ਼ ਖਾਣਾ ਬਣ ਰਿਹਾ ਹੈ ਤਾਂ ਹੁਣ ਤੁਹਾਡੇ ਨਖਰੇ ਨਹੀਂ ਮਾਣ। ਉਸੇ ਦਿਨ ਗਿਆਨ ਸਿੰਘ ਜੀ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਉਹ ਹੁਣ ਆਪਣੇ ਨੂੰਹਾਂ ਪੁੱਤਰਾਂ ਲਈ ਬੋਝ ਤੋਂ ਜ਼ਿਆਦਾ ਕੁਝ ਨਹੀਂ ਹਨ। ਗਿਆਨ ਸਿੰਘ ਜੀ ਦੀ ਪਤਨੀ, ਜੋ ਪਹਿਲਾਂ ਹੀ ਬਿਮਾਰ ਸੀ, ਨਿੱਤ ਦੇ ਹੋਣ ਵਾਲੇ ਦੁਰਵਿਵਹਾਰ ਨੂੰ ਸਹਿਣ ਨਹੀਂ ਕਰ ਸਕੀ। ਇੱਕ ਦਿਨ ਅਚਾਨਕ ਉਹਨਾਂ ਦਾ ਬਲੱਡ ਪ੍ਰੈਸ਼ਰ ਇੰਨਾ ਵੱਧ ਗਿਆ ਕਿ ਉਹਨਾਂ ਨੂੰ ਅਧਰੰਗ ਹੋ ਗਿਆ ਤੇ ਉਹਨਾਂ ਦੇ ਸਰੀਰ ਦਾ ਅੱਧਾ ਹਿੱਸਾ ਬੇਕਾਰ ਹੋ ਗਿਆ ਤੇ ਉਹ ਵੀਲ ਚੇਅਰ ਤੇ ਬੈਠ ਗਏ ਸੀ। ਹੁਣ ਤੱਕ ਤਾਂ ਜਿਵੇਂ ਕਿਵੇਂ ਉਹ ਆਪਣਾ ਕੰਮ ਕਰ ਹੀ ਲੈਂਦੀ ਸੀ, ਪਰ ਹੁਣ ਅਧਰੰਗ ਹੋਣ ਤੋਂ ਬਾਅਦ ਤਾਂ ਉਹ ਸਿਰਫ ਨੂੰਹਾਂ ਦੇ ਰਹਿਮੋ ਕਰਮ ਤੇ ਹੀ ਨਿਰਭਰ ਸੀ। ਉਹ ਸਿਰਫ ਵੀਲ ਚੇਅਰ ਤੇ ਆਪਣੇ ਮੰਜੇ ਤੇ ਹੀ ਪਈ ਰਹਿੰਦੀ ਸੀ। ਗਿਆਨ ਸਿੰਘ ਜੀ ਆਪਣੀ ਪਤਨੀ ਦਾ ਧਿਆਨ ਰੱਖਣ ਲਈ ਹੁਣ ਘਰੇ ਹੀ ਰਹਿਣ ਲੱਗੇ ਸੀ, ਕਿਉਂਕਿ ਨੂੰਹਾਂ ਤਾਂ ਮੁਸ਼ਕਲ ਨਾਲ ਹੀ ਉਹਨਾਂ ਨੂੰ 2 ਟਾਈਮ ਦੀ ਰੋਟੀ ਹੀ ਮਸਾਂ ਦਿੰਦੀਆਂ ਸੀ। ਇੱਕ ਵਾਰ ਰੋਟੀ ਦੇ ਕੇ ਚਲੀਆਂ ਜਾਂਦੀਆਂ ਸੀ ਤਾਂ ਦੁਬਾਰਾ ਕਮਰੇ ਵੱਲ ਝਾਕਦੀਆਂ ਵੀ ਨਹੀਂ ਸੀ। ਗਿਆਨ ਸਿੰਘ ਜੀ ਦੇ ਇਸ ਤਰ੍ਹਾਂ ਘਰੇ ਬੈਠਣ ਕਰਕੇ ਉਹਨਾਂ ਦੇ ਦੋਹਾਂ ਪੁੱਤਰਾਂ ਵਿੱਚ ਕੰਮ ਨੂੰ ਲੈ ਕੇ ਝਗੜੇ ਸ਼ੁਰੂ ਹੋ ਗਏ ਸੀ। ਵੱਡੇ ਨੇ ਇਲਜ਼ਾਮ ਲਗਾਇਆ ਕਿ ਛੋਟਾ ਦੁਕਾਨ ਤੋਂ ਜ਼ਿਆਦਾ ਪੈਸੇ ਲੈ ਲੈਂਦਾ ਹੈ, ਜਿਸ ਕਰਕੇ ਦੁਕਾਨ ਦੇ ਹਿਸਾਬ ਕਿਤਾਬ ਵਿੱਚ ਗੜਬੜ ਆ ਰਹੀ ਆ। ਛੋਟਾ ਕਹਿੰਦਾ ਕਿ ਵੱਡਾ ਉਸ ਤੇ ਗਲਤ ਇਲਜ਼ਾਮ ਲਗਾ ਰਿਹਾ ਹੈ। ਸਾਰੀਆਂ ਗੱਲਾਂ ਦਾ ਨਿਚੋੜ ਇਹੀ ਨਿਕਲਿਆ ਕਿ ਦੋਨਾਂ ਭਰਾਵਾਂ ਨੂੰ ਹੁਣ ਅਲੱਗ ਹੋ ਜਾਣਾ ਚਾਹੀਦਾ ਹੈ ਤੇ ਆਪਣੀਆਂ ਜ਼ਿੰਮੇਵਾਰੀਆਂ ਆਪ ਹੀ ਚੱਕ ਲੈਣ। ਵੱਡੇ ਦਾ ਕਹਿਣਾ ਸੀ ਕਿ ਹੁਣ ਮੇਰੇ ਬੱਚੇ ਵੀ ਵੱਡੇ ਹੋ ਰਹੇ ਹਨ ਤੇ ਉਸ ਦਾ ਖਰਚਾ ਜ਼ਿਆਦਾ ਹੈ। ਜੇਕਰ ਛੋਟਾ ਇਸੇ ਤਰ੍ਹਾਂ ਦੁਕਾਨ ਵਿੱਚੋਂ ਪੈਸੇ ਕੱਢਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਕਿ ਖਾਣ ਨੂੰ ਵੀ ਕੁਝ ਨਹੀਂ ਬਚਣਾ। ਇਸੇ ਲਈ ਬਟਵਾਰੇ ਵਿੱਚ ਹੀ ਫਾਇਦਾ ਹੈ, ਤਾਂ ਕਿ ਅਸੀਂ ਦੋਨੋਂ ਹੀ ਆਪਣੇ ਪੈਸੇ ਬਚਾ ਸਕੀਏ। ਦੋਨਾਂ ਨੇ ਮਿਲ ਕੇ ਫੈਸਲਾ ਕਰ ਲਿਆ ਕਿ ਜਦੋਂ ਉਹ ਦੋਨੋਂ ਦੁਕਾਨ ਸੰਭਾਲ ਰਹੇ ਹਨ ਤਾਂ ਦੁਕਾਨ ਦੇ ਸਿਰਫ 2 ਹਿੱਸੇ ਹੀ ਕੀਤੇ ਜਾਣ। ਤੀਸਰਾ ਭਰਾ ਤਾਂ ਨੌਕਰੀ ਕਰਦਾ ਹੈ। ਦੋਨਾਂ ਨੇ ਆਪਣੇ ਖਾਨਦਾਨੀ ਘਰ ਤੇ ਪਿੰਡ ਤੋਂ ਦੂਰ ਇੱਕ ਹੋਰ ਮਕਾਨ ਦੇ ਬਟਵਾਰੇ ਦਾ ਫੈਸਲਾ ਆਪ ਹੀ ਕਰ ਲਿਆ ਤੇ ਪਿੰਡ ਤੋਂ ਦੂਰ ਵਾਲਾ ਘਰ ਦੂਜੇ ਦੇ ਹਿੱਸੇ ਵਿੱਚ ਆ ਗਿਆ, ਕਿਉਂਕਿ ਉਹਨਾਂ ਦੇ ਤੀਸਰੇ ਭਰਾ ਨੇ ਆਪਣਾ ਮਕਾਨ ਚੰਡੀਗੜ੍ਹ ਵਿੱਚ ਹੀ ਬਣਾ ਲਿਆ ਸੀ। ਇਸ ਲਈ ਉਸ ਨੂੰ ਘਰ ਦੀ ਜ਼ਰੂਰਤ ਨਹੀਂ ਆ। ਪਿੰਡ ਵਿਚਲੀ ਜ਼ਮੀਨ ਬਾਰੇ
ਉਹਨਾਂ ਨੇ ਇਹ ਵਿਚਾਰ ਕੀਤਾ ਕਿ ਉਸ ਦੇ 3 ਹਿੱਸੇ ਕੀਤੇ ਜਾਣ, ਜੋ ਤਿੰਨਾਂ ਵਿੱਚ ਬਰਾਬਰ ਵੰਡੇ ਜਾ ਸਕਣ। ਅਜਿਹਾ ਬਟਵਾਰਾ ਸੁਣ ਕੇ ਦੋਨੇ ਨੂੰਹਾਂ ਬਹੁਤ ਖੁਸ਼ ਹੋ ਗਈਆਂ। ਛੋਟੀ ਨੂੰ ਆਪਣੇ ਪਤੀ ਨੂੰ ਕਹਿੰਦੀ, ਮੈਂ ਤਾਂ ਕਦੋਂ ਦੀ ਅਲੱਗ ਹੋਣਾ ਚਾਹੁੰਦੀ ਸੀ, ਪਰ ਤੁਸੀਂ ਨਹੀਂ ਮੰਨੇ। ਹੁਣ ਦੇਖਿਆ ਕਿਵੇਂ ਵੱਡੇ ਭਰਾ ਨੇ ਸਾਡੇ ਤੇ ਇਲਜ਼ਾਮ ਲਗਾ ਦਿੱਤਾ, ਜਦ ਕਿ ਮੈਂ ਵੀ ਜਾਣਦੀ ਹਾਂ ਕਿ ਉਹ ਵੀ ਕੋਈ ਦੁੱਧ ਧੋਤੇ ਨਹੀਂ ਹਨ। ਉਹੀ ਹਰ ਮਹੀਨੇ ਦੁਕਾਨ ਤੋਂ ਜ਼ਿਆਦਾ ਪੈਸੇ ਲੈਂਦੇ ਸੀ, ਪਰ ਤੁਸੀਂ ਤਾਂ ਕਦੇ ਉਹਨਾਂ ਤੋਂ ਹਿਸਾਬ ਨਹੀਂ ਸੀ ਮੰਗਿਆ। ਹਿਸਾਬ ਤਾਂ ਦੂਰ, ਉਹਨਾਂ ਨੇ ਤਾਂ ਤੁਹਾਡੇ ਤੇ ਹੀ ਸਾਰਾ ਇਲਜ਼ਾਮ ਮੜ ਦਿੱਤਾ। ਦੂਜੇ ਪਾਸੇ ਵੱਡੀ ਨੂੰ ਵੀ ਖੁਸ਼ ਸੀ ਕਿ ਹੁਣ ਰੋਜ਼-ਰੋਜ਼ ਦਰਾਣੀ ਦਾ ਮੂੰਹ ਨਹੀਂ ਵੇਖਣਾ ਪਵੇਗਾ। ਉਹ ਵੀ ਆਪਣੇ ਪਤੀ ਨੂੰ ਕਹਿੰਦੀ, ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਇਹ ਦੋਨੋਂ ਪਤੀ ਪਤਨੀ 1 ਨੰਬਰ ਦੇ ਚੋਰ ਹਨ। ਚੰਗਾ ਹੋਊਗਾ ਇਹਨਾਂ ਤੋਂ ਛੁਟਕਾਰਾ ਮਿਲ ਜਾਊਗਾ। ਦੋਨੇ ਨੂੰਹਾਂ ਪੁੱਤ ਬਹੁਤ ਖੁਸ਼ ਸੀ, ਇੰਨਾ ਖੁਸ਼ ਕਿ ਅਲੱਗ ਹੋ ਜਾਣ ਦੀ ਖੁਸ਼ੀ ਵਿੱਚ ਉਹ ਆਪਣੇ ਮਾਂ-ਬਾਪ ਨੂੰ ਤਾਂ ਜਿਵੇਂ ਭੁੱਲ ਹੀ ਗਏ ਸੀ। ਗਿਆਨ ਸਿੰਘ ਜੀ ਤੇ ਉਹਨਾਂ ਦੀ ਪਤਨੀ ਬੈਠੇ-ਬੈਠੇ ਸਭ ਕੁਝ ਦੇਖ ਰਹੇ ਸੀ ਤੇ ਉਹਨਾਂ ਦੀਆਂ ਗੱਲਾਂ ਵੀ ਸੁਣ ਰਹੇ ਸੀ ਕਿ ਜਿਹੜੇ ਨੂੰਹ ਪੁੱਤ ਸਾਨੂੰ ਨਾਲ ਰੱਖਣਗੇ, ਅਸੀਂ ਖੁਸ਼ੀ-ਖੁਸ਼ੀ ਉਹਨਾਂ ਦੇ ਨਾਲ ਰਹਾਂਗੇ। ਵੈਸੇ ਵੀ ਸਾਨੂੰ ਬੁੱਢਿਆਂ ਨੂੰ ਹੁਣ ਇਸ ਉਮਰ ਵਿੱਚ ਚਾਹੀਦਾ ਵੀ ਕੀ ਹੈ, ਬਸ 2 ਡੰਗ ਦੀ ਰੋਟੀ ਤੋਂ ਬਿਨਾਂ। ਉਹਨਾਂ ਦੀ ਪਤਨੀ ਨੇ ਕਿਹਾ, ਪਰ ਤੁਸੀਂ ਕੁਝ ਨਾ ਕਹਿਣਾ, ਜੋ ਹੋ ਰਿਹਾ ਦੇਖੀ ਚੱਲੋ। ਓਹੋ, ਮੈਂ ਤਾਂ ਇਹਨਾਂ ਨੂੰ ਕੀ ਕਹਿਣਾ, ਮੈਂ ਭਲਾ ਕਿਉਂ ਇਹਨਾਂ ਦੇ ਮਾਮਲੇ ਵਿੱਚ ਲੱਤ ਅੜਾਊਂਗਾ। ਪਰ ਹਾਂ, ਜੇਕਰ ਗੱਲ ਸਾਡੇ ਵਜੂਦ ਤੇ ਆਈ ਤਾਂ ਮੈਂ ਵੀ ਚੁੱਪ ਨਹੀਂ ਰਹਾਂਗਾ। ਕੁਝ ਦੇਰ ਬਾਅਦ ਜਦੋਂ ਗਿਆਨ ਸਿੰਘ ਜੀ ਬਰਾਂਡੇ ਵਿੱਚ ਟਹਿਲਣ ਲਈ ਨਿਕਲੇ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਨੂੰਹਾਂ ਪੁੱਤ ਕਿਸੇ ਗੰਭੀਰ ਵਿਸ਼ੇ ਤੇ ਚਰਚਾ ਕਰ ਰਹੇ ਹਨ। ਉਹ ਸੋਚਣ ਲੱਗੇ ਕਿ ਅੱਜ ਤੱਕ ਜਿਹੜੇ ਨੂੰਹਾਂ ਪੁੱਤਾਂ ਵਿੱਚ ਇੱਟ ਕੁੱਤੇ ਵਾਲਾ ਵੈਰ ਸੀ, ਅੱਜ ਕਿਵੇਂ ਚਾਰੇ ਜਾਣੇ ਇਕੱਠੇ ਬੈਠ ਕੇ ਹਰ ਚੀਜ਼ ਦਾ ਬਟਵਾਰਾ ਤੇ ਅੱਗੇ ਦੀ ਪਲੈਨਿੰਗ ਕਿਵੇਂ ਕਰ ਰਹੇ ਹਨ। ਉਦੋਂ ਹੀ ਉਹਨਾਂ ਦੇ ਕੰਨਾਂ ਵਿੱਚ ਵੱਡੀ ਨੂੰਹ ਦੀ ਆਵਾਜ਼ ਪਈ, ਕੱਲ ਛੋਟੇ ਦੇ ਚੰਡੀਗੜ੍ਹੋਂ ਆਉਣ ਤੋਂ ਬਾਅਦ ਮੰਮੀ ਡੈਡੀ ਦੇ ਨਾਂ ਦੀ ਪਰਚੀ ਕੱਢ ਲਵਾਂਗੇ। ਜਿਸ ਦੇ ਹਿੱਸੇ ਵਿੱਚ ਉਹਨਾਂ ਦੀ ਪਰਚੀ ਆਵੇਗੀ, ਉਹ ਦੋਨੋਂ ਉਹਨਾਂ ਦੇ ਨਾਲ ਹੀ ਪਹਿਲੇ 3 ਮਹੀਨੇ ਰਹਿਣਗੇ। ਤਾਂ ਛੋਟੀ ਬੋਲੀ ਕਿ ਦੀਦੀ ਤੁਸੀਂ ਫਿਕਰ ਨਾ ਕਰੋ, ਜਦੋਂ ਸਾਰੀਆਂ ਚੀਜ਼ਾਂ ਦਾ ਬਟਵਾਰਾ ਬਰਾਬਰ ਹੋ ਰਿਹਾ ਤਾਂ ਮੰਮੀ ਡੈਡੀ ਦੇ ਰਹਿਣ ਦਾ ਬਟਵਾਰਾ ਵੀ ਬਰਾਬਰ ਹੀ ਕਰਾਂਗੇ, ਕਿਸੇ ਇੱਕ ਦੇ ਮੱਥੇ ਨਹੀਂ ਮੜ ਦੇਵਾਂਗੇ। ਦੋਨੋਂ ਪੁੱਤਰਾਂ ਨੇ ਵੀ ਆਪਣੀਆਂ ਪਤਨੀਆਂ ਦੀ ਇਸ ਗੱਲ ਤੇ ਸਹਿਮਤੀ ਜਤਾਈ। ਆਪਣੇ ਤੇ ਆਪਣੀ ਪਤਨੀ ਦੇ ਬਾਰੇ ਇਹ ਗੱਲਾਂ ਸੁਣ ਕੇ ਗਿਆਨ ਸਿੰਘ ਜੀ ਧੁਰ ਅੰਦਰੋਂ ਤੱਕ ਟੁੱਟ ਚੁੱਕੇ ਸੀ। ਉਹਨਾਂ ਦੀ ਤਾਂ ਜਿਵੇਂ ਸਰੀਰ ਵਿੱਚੋਂ ਜਾਨ ਹੀ ਨਿਕਲ ਗਈ ਹੋਵੇ। ਉਸ ਰਾਤ ਤਾਂ ਉਹ ਜਿਵੇਂ ਕਿਵੇਂ ਸੌਂ ਗਏ, ਪਰ ਅਗਲੇ ਦਿਨ ਸਵੇਰੇ ਉੱਠੇ ਤਾਂ ਗੰਭੀਰ ਸੋਚ ਵਿੱਚ ਬੈਠੇ ਸੀ ਕਿ ਹੁਣ ਉਹਨਾਂ ਦੇ ਰਹਿਣ ਦਾ ਵੀ ਬਟਵਾਰਾ ਹੋ ਜਾਵੇਗਾ। ਇਹ ਸੋਚ ਕੇ ਉਹਨਾਂ ਦਾ ਦਿਲ ਘਟਦਾ ਜਾ ਰਿਹਾ ਸੀ। ਉਸੇ ਸਮੇਂ ਉਹਨਾਂ ਦਾ ਸਭ ਤੋਂ ਛੋਟਾ ਪੁੱਤਰ ਆਪਣੀ ਪਤਨੀ ਨਾਲ ਘਰ ਪਹੁੰਚ ਗਿਆ ਤੇ ਸਿੱਧਾ ਆਪਣੇ ਮੰਮੀ ਡੈਡੀ ਦੇ ਕਮਰੇ ਵਿੱਚ ਆ ਗਿਆ ਤੇ ਆਪਣੀ ਮਾਂ ਦੀ ਅਜਿਹੀ ਹਾਲਤ ਦੇਖ ਕੇ ਪਰੇਸ਼ਾਨ ਹੋ ਗਿਆ। ਆਪਣੇ ਪਿਤਾ ਨੂੰ ਕਹਿਣ ਲੱਗਾ ਕਿ ਡੈਡੀ ਜੀ 1 ਹਫ਼ਤਾ ਹੋ ਗਿਆ ਮੰਮੀ ਨੂੰ ਬਿਮਾਰ ਹੋਏ ਤੇ ਤੁਸੀਂ ਮੈਨੂੰ ਫੋਨ ਕਰਕੇ ਵੀ ਨਹੀਂ ਦੱਸਿਆ। ਇਹ ਤਾਂ ਕੱਲ ਵੱਡੇ ਭਰਾ ਦਾ ਫੋਨ ਆਇਆ ਸੀ ਤੇ ਉਹਨਾਂ ਤੋਂ ਮੈਨੂੰ ਮੰਮੀ ਦੀ ਹਾਲਤ ਬਾਰੇ ਪਤਾ ਲੱਗਿਆ। ਗਿਆਨ ਸਿੰਘ ਜੀ ਕਹਿਣ ਲੱਗੇ ਕਿ ਪੁੱਤਰ, ਮੈਨੂੰ ਪਤਾ ਕਿ ਨੌਕਰੀ ਵਿੱਚ ਤੂੰ ਬਹੁਤ ਬਿਜ਼ੀ ਰਹਿੰਦਾ ਹੈ, ਇਸ ਲਈ ਤੈਨੂੰ ਪਰੇਸ਼ਾਨ ਕਰਨਾ ਠੀਕ ਨਾ ਲੱਗਾ। ਸਵੇਰ ਦੇ 10 ਵੱਜ ਚੁੱਕੇ ਸੀ ਤੇ ਹਜੇ ਤੱਕ ਕਿਸੇ ਨੇ ਕੁਝ ਖਾਧਾ ਨਹੀਂ ਸੀ। ਇਹ ਸੁਣ ਕੇ ਸਭ ਤੋਂ ਛੋਟੀ ਨੂੰ ਉੱਠ ਕੇ ਰਸੋਈ ਵਿੱਚ ਚਲੀ ਗਈ ਤੇ ਥੋੜੀ ਦੇਰ ਵਿੱਚ ਹੀ ਮੰਮੀ ਡੈਡੀ ਲਈ ਕੁਝ ਖਾਣ ਲਈ ਬਣਾ ਲਿਆਈ ਤੇ ਆਪਣੇ ਮੰਮੀ ਨੂੰ ਆਪਣੇ ਹੱਥਾਂ ਨਾਲ ਖਵਾਉਣ ਲੱਗੀ। ਉਸੇ ਸਮੇਂ ਦੋਵੇਂ ਵੱਡੇ ਪੁੱਤਰ ਤੇ ਨੂੰਹਾਂ ਗਿਆਨ ਸਿੰਘ ਜੀ ਦੇ ਕਮਰੇ ਵਿੱਚ ਆ ਪਹੁੰਚੇ ਤੇ 1 ਦਿਨ ਪਹਿਲਾਂ ਹੋਏ ਸੰਪत्ति ਤੇ ਜਾਇਦਾਦ ਦੇ ਬਟਵਾਰੇ ਦਾ ਫੈਸਲਾ ਜੋ ਉਹਨਾਂ ਨੇ ਕੀਤਾ ਸੀ, ਉਹ ਸਭ ਤੋਂ ਛੋਟੇ ਭਰਾ ਨੂੰ ਦੱਸ ਦਿੱਤਾ। ਸਭ ਤੋਂ ਛੋਟਾ ਇਸ ਗੱਲ ਤੇ ਹੈਰਾਨ ਸੀ ਕਿ ਦੁਕਾਨ ਤੇ ਦੋਨਾਂ ਘਰਾਂ ਨੂੰ ਛੱਡ ਕੇ
ਉਸ ਨੂੰ ਸਿਰਫ ਜ਼ਮੀਨ ਵਿੱਚੋਂ ਤੀਸਰਾ ਹਿੱਸਾ ਹੀ ਦਿੱਤਾ ਗਿਆ ਸੀ। ਉਸੇ ਸਮੇਂ ਸਭ ਤੋਂ ਵੱਡੀ ਨੂੰ ਬੋਲੀ ਕਿ ਹੁਣ ਤੁਸੀਂ ਆ ਹੀ ਗਏ ਹੋ ਤਾਂ ਲੱਗੇ ਹੱਥੋਂ ਮੰਮੀ ਡੈਡੀ ਦੇ ਰਹਿਣ ਦਾ ਬਟਵਾਰਾ ਵੀ ਕਰ ਦਿਓ। ਅਸੀਂ ਸਾਰਿਆਂ ਨੇ ਸੋਚ ਲਿਆ ਕਿ ਮੰਮੀ ਡੈਡੀ 3 ਮਹੀਨੇ ਸਾਡੇ ਸਾਰਿਆਂ ਨਾਲ ਰਿਹਾ ਕਰਨਗੇ ਤੇ ਸਭ ਤੋਂ ਪਹਿਲਾਂ ਕਿਸ ਨਾਲ ਰਹਿਣਗੇ ਇਸ ਗੱਲ ਦਾ ਫੈਸਲਾ ਪਰਚੀ ਕੱਢ ਕੇ ਕਰ ਲਵਾਂਗੇ। ਤਾਂ ਉਹ ਬੋਲਿਆ ਕਿ ਭਾਬੀ ਇਹ ਤਾਂ ਸਹੀ ਨਹੀਂ ਆ, ਇਹ ਸਾਡੇ ਮੰਮੀ ਡੈਡੀ ਹਨ, ਘਰ ਦਾ ਪਿਆ ਹੋਇਆ ਕੋਈ ਸਮਾਨ ਨਹੀਂ ਆ ਜਿਸ ਦਾ ਤੁਸੀਂ ਬਟਵਾਰਾ ਕਰ ਲਵੋਗੇ। ਤਾਂ ਵੱਡੀ ਨੂੰ ਕਹਿੰਦੀ ਕਿ ਵੇਖੋ ਜੀ, ਤੁਸੀਂ ਤੇ ਚੰਡੀਗੜ੍ਹ ਵਿੱਚ ਰਹਿੰਦੇ ਹੋ, ਨੋਟ ਗਿਣ ਰਹੇ ਹੋ ਤੇ ਮੰਮੀ ਡੈਡੀ ਦੀ ਸਾਰੀ ਜ਼ਿੰਮੇਵਾਰੀ ਅਸੀਂ ਦੋਨਾਂ ਨੇ ਚੱਕੀ ਹੋਈ ਆ। ਫਿਰ ਛੋਟੇ ਨੇ ਕਿਹਾ ਕਿ ਭਾਬੀ ਮੰਮੀ ਡੈਡੀ ਦਾ ਕਿੰਨਾ ਖਰਚਾ ਹੋ ਜਾਂਦਾ, ਖਰਚੇ ਜਿੰਨਾ ਪੈਸਾ ਤਾਂ ਮੈਂ ਹਰ ਮਹੀਨੇ ਵੱਡੇ ਭਰਾ ਨੂੰ ਭੇਜਦਾ ਹਾਂ, ਤਾਂ ਫਿਰ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰ ਰਹੇ ਹੋ। ਹਜੇ ਇਹ ਸਾਰੀਆਂ ਗੱਲਾਂ ਚੱਲ ਹੀ ਰਹੀਆਂ ਸੀ ਕਿ ਉਸ ਦਾ ਫੋਨ ਆ ਗਿਆ, ਜਿਸ ਨੂੰ ਸੁਣਨ ਲਈ ਉਹ ਬਾਹਰ ਬਰਾਂਡੇ ਵਿੱਚ ਆ ਗਿਆ। ਫੋਨ ਤੇ ਗੱਲ ਕਰਕੇ ਉਹ ਪਿੱਛੇ ਮੁੜਿਆ ਤਾਂ ਦੇਖਿਆ ਕਿ ਉਸ ਦੀ ਪਤਨੀ ਪਿੱਛੇ ਖੜੀ ਸੀ ਤੇ ਕਹਿਣ ਲੱਗੀ ਕਿ ਮੈਂ ਤੁਹਾਡੇ ਨਾਲ ਕੁਝ ਗੱਲ ਕਰਨਾ ਚਾਹੁੰਦੀ ਹਾਂ। ਉਸਨੇ ਕਿਹਾ ਕਿ ਹਾਂ ਦੱਸ, ਕੀ ਗੱਲ ਆ। ਤਾਂ ਉਸਨੇ ਕਿਹਾ ਕਿ ਆਪਾਂ ਮੰਮੀ ਡੈਡੀ ਨੂੰ ਹਮੇਸ਼ਾ ਦੇ ਲਈ ਆਪਣੇ ਨਾਲ ਨਹੀਂ ਰੱਖ ਸਕਦੇ। ਆਖਿਰ ਨੂੰ ਪੁੱਤ ਹੁੰਦੇ ਹੋਏ ਸਾਡਾ ਵੀ ਤਾਂ ਕੋਈ ਫਰਜ਼ ਬਣਦਾ ਉਹਨਾਂ ਲਈ। ਇਹ ਗੱਲ ਸੁਣਦੇ ਹੀ ਉਸਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ ਤੇ ਕਹਿਣ ਲੱਗਾ ਕਿ ਮੈਂ ਵੀ ਇਹੀ ਸਭ ਸੋਚ ਰਿਹਾ ਸੀ ਕਿ ਇਸ ਬਾਰੇ ਵਿੱਚ ਤੇਰੇ ਨਾਲ ਗੱਲ ਕਰਾਂ। ਉਸਦੀ ਪਤਨੀ ਨੇ ਕਿਹਾ ਕਿ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ। ਮੰਮੀ ਡੈਡੀ ਨੇ ਤੁਹਾਨੂੰ ਤੁਹਾਡੇ ਪੈਰਾਂ ਤੇ ਖੜੇ ਕਰਕੇ ਆਪਣਾ ਫਰਜ਼ ਨਿਭਾ ਦਿੱਤਾ ਹੈ ਤੇ ਹੁਣ ਤੁਸੀਂ ਆਪਣਾ ਫਰਜ਼ ਨਿਭਾਉਣ ਲਈ ਆਪਣੀ ਪਤਨੀ ਤੋਂ ਪੁੱਛੋਗੇ। ਇਸ ਤੋਂ ਬਾਅਦ ਉਹ ਆਪਣੇ ਮੰਮੀ ਡੈਡੀ ਕੋਲ ਗਿਆ ਤੇ ਉਹਨਾਂ ਨੂੰ ਆਪਣੀ ਤੇ ਆਪਣੀ ਪਤਨੀ ਦੇ ਮਨ ਦੀ ਗੱਲ ਦੱਸ ਦਿੱਤੀ। ਆਪਣੇ ਪੁੱਤਰ ਤੇ ਨੂੰਹ ਦੇ ਅਜਿਹੇ ਵਿਚਾਰ ਸੁਣ ਕੇ ਗਿਆਨ ਸਿੰਘ ਜੀ ਦਾ ਦਿਲ ਬਾਗੋ ਬਾਗ ਹੋ ਗਿਆ ਤੇ ਕਹਿਣ ਲੱਗੇ ਕਿ ਤੇਰੇ ਵਰਗਾ ਪੁੱਤਰ ਪਾ ਕੇ ਤਾਂ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ। ਫਿਰ ਉਸਦੇ ਪੁੱਤਰ ਨੇ ਕਿਹਾ ਕਿ ਠੀਕ ਹੈ ਡੈਡੀ ਜੀ, ਮੈਂ ਤੁਹਾਡਾ ਸਮਾਨ ਪੈਕ ਕਰਦਾ ਹਾਂ ਤੇ ਫਿਰ ਤੁਸੀਂ ਸਾਡੇ ਨਾਲ ਚੰਡੀਗੜ੍ਹ ਰਹੋਗੇ ਤੇ ਆਪਾਂ ਉੱਥੇ ਜਾ ਕੇ ਮੰਮੀ ਦਾ ਕਿਸੇ ਵਧੀਆ ਤੇ ਵੱਡੇ ਹਸਪਤਾਲ ਵਿੱਚ ਇਲਾਜ ਕਰਵਾਵਾਂਗੇ। ਮੈਨੂੰ ਉਮੀਦ ਆ ਕਿ ਮੰਮੀ ਥੋੜੇ ਜਿਹੇ ਦਿਨਾਂ ਵਿੱਚ ਹੀ ਠੀਕ ਹੋ ਜਾਣਗੇ। ਆਪਣੇ ਪੁੱਤਰ ਦੀ ਇਹ ਗੱਲ ਸੁਣ ਕੇ ਗਿਆਨ ਸਿੰਘ ਜੀ ਥੋੜੇ ਸੀਰੀਅਸ ਹੋ ਗਏ ਤੇ ਕਹਿਣ ਲੱਗੇ ਕਿ ਪੁੱਤਰ, ਅਜੇ ਇੱਕ ਬਹੁਤ ਜ਼ਰੂਰੀ ਕੰਮ ਬਾਕੀ ਆ, ਪਹਿਲਾਂ ਉਹ ਕੰਮ ਕਰ ਲੈਂਦੇ, ਫਿਰ ਅਸੀਂ ਦੋਨੋਂ ਤੇਰੇ ਨਾਲ ਚੱਲਾਂਗੇ। ਕਿਹੜਾ ਕੰਮ ਡੈਡੀ ਜੀ? ਪੁੱਤਰ, ਜਦੋਂ ਇਹ ਕੰਮ ਹੋ ਜਾਵੇਗਾ ਤਾਂ ਮੈਂ ਤੈਨੂੰ ਦੱਸ ਦੇਵਾਂਗਾ। ਅਜੇ ਤੁਸੀਂ ਦੋਨੋਂ ਜਾ ਕੇ ਆਰਾਮ ਕਰੋ। ਅਗਲੇ ਦਿਨ ਸਵੇਰੇ ਗਿਆਨ ਸਿੰਘ ਜੀ ਉੱਠੇ ਤੇ ਬਿਨਾਂ ਦੱਸੇ ਕਿਤੇ ਚਲੇ ਗਏ। ਸ਼ਾਮ ਨੂੰ ਪਰਤੇ। ਉਹਨਾਂ ਦੇ ਹੱਥ ਵਿੱਚ ਕੁਝ ਕਾਗਜ਼ ਸਨ ਤੇ ਚਿਹਰੇ ਤੇ ਆਤਮ ਵਿਸ਼ਵਾਸ ਸੀ। ਉਹਨਾਂ ਨੇ ਆਪਣੇ ਤਿੰਨੋਂ ਪੁੱਤਰਾਂ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਿਹਾ ਕਿ ਬਟਵਾਰੇ ਦੇ ਵਿਸ਼ੇ ਵਿੱਚ ਮੈਂ ਇੱਕ ਫੈਸਲਾ ਕੀਤਾ ਹੈ। ਵੱਡਾ ਅਚਾਨਕ ਬੋਲਿਆ, ਫੈਸਲਾ? ਕਿਹੜਾ ਫੈਸਲਾ? ਉਸ ਦਿਨ ਅਸੀਂ ਦੋਨਾਂ ਨੇ ਸਾਰਾ ਕੁਝ ਤੈਅ ਕਰ ਲਿਆ ਸੀ। ਗਿਆਨ ਸਿੰਘ ਜੀ ਕਹਿਣ ਲੱਗੇ, ਉਹ ਫੈਸਲਾ ਤੁਹਾਡੇ ਵੱਲੋਂ ਸੀ, ਪਰ ਮੈਂ ਉਸ ਫੈਸਲੇ ਨੂੰ ਸਹਿਮਤੀ ਨਹੀਂ ਦਿੱਤਾ। ਅੱਜ ਮੈਂ ਫੈਸਲਾ ਕੀਤਾ ਹੈ, ਮੈਂ ਇਸ ਘਰ ਦੇ 3 ਹਿੱਸੇ ਕਰਨ ਜਾ ਰਿਹਾ ਹਾਂ। ਇਹ ਕਹਿੰਦੇ ਹੋਏ ਉਹਨਾਂ ਨੇ ਕਾਗਜ਼ ਆਪਣੇ ਦੋਨਾਂ ਵੱਡੇ ਪੁੱਤਰਾਂ ਵੱਲ ਕਰ ਦਿੱਤੇ। ਇਹ ਗੱਲ ਸੁਣ ਕੇ ਉਹਨਾਂ ਦੇ ਤਾਂ ਜਿਵੇਂ ਹੋਸ਼ ਹੀ ਉੱਡ ਗਏ। ਹੈਰਾਨ ਹੁੰਦੇ ਹੋਏ ਵੱਡਾ ਬੋਲਿਆ ਕਿ ਡੈਡੀ ਜੀ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ? ਇਸ ਘਰ ਦੇ 3 ਹਿੱਸੇ ਕਰਨ ਦਾ ਕੀ ਮਤਲਬ ਹੋਇਆ? ਛੋਟੇ ਨੇ ਤਾਂ ਚੰਡੀਗੜ੍ਹ ਵਿੱਚ ਆਪਣਾ ਮਕਾਨ ਬਣਾਇਆ ਹੋਇਆ ਹੈ, ਫਿਰ ਇਸ ਦਾ ਇਸ ਮਕਾਨ ਤੇ ਹੱਕ ਕਿਵੇਂ ਹੋਇਆ? ਅਜੇ ਮੇਰੀ ਗੱਲ ਪੂਰੀ ਨਹੀਂ ਹੋਈ, ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲਵੋ। ਮੈਂ ਕੇਵਲ ਇਸ ਘਰ ਨੂੰ ਹੀ ਨਹੀਂ, ਆਪਣੀ ਦੁਕਾਨ ਨੂੰ ਵੀ 3 ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਪਿੰਡ ਵਾਲਾ ਦੂਜਾ ਘਰ ਤੇ ਜ਼ਮੀਨ ਮੈਂ ਵੇਚਣ ਲਈ ਲਾ ਦਿੱਤੀ ਹੈ ਤੇ ਮੈਂ ਆਪਣੇ ਸਭ ਤੋਂ ਛੋਟੇ ਪੁੱਤਰ ਦੇ ਨਾਲ ਸਾਂਝਾ ਖਾਤਾ ਖੋਲ ਰਿਹਾ ਹਾਂ।
ਪਿੰਡ ਵਾਲੀ ਪ੍ਰਾਪਰਟੀ ਵੇਚ ਕੇ ਜਿੰਨਾ ਵੀ ਪੈਸਾ ਆਊਗਾ ਉਹ ਉਸੇ ਅਕਾਊਂਟ ਵਿੱਚ ਚਲਾ ਜਾਏਗਾ, ਜਿਸ ਨਾਲ ਮੇਰੀ ਪਤਨੀ ਦਾ ਬਹੁਤ ਚੰਗੀ ਤਰ੍ਹਾਂ ਇਲਾਜ ਹੋ ਸਕੇਗਾ। ਬਾਕੀ ਸਾਰਾ ਬਚਿਆ ਹੋਇਆ ਪੈਸਾ ਛੋਟੇ ਦਾ ਹੋਵੇਗਾ। ਇਹ ਗੱਲ ਸੁਣ ਕੇ ਵੱਡੀ ਨੂੰ ਤੇ ਵਿਚਕਾਰਲੇ ਨੂੰ ਗੁੱਸੇ ਨਾਲ ਚੀਕਦੀਆਂ ਹੋਈਆਂ ਬੋਲੀਆਂ, ਇਹ ਤਾਂ ਬੇਈਮਾਨੀ ਹੋਈ ਡੈਡੀ ਜੀ। ਅਸੀਂ ਜੋ ਤੁਹਾਡੀ ਇੰਨੇ ਦਿਨ ਸੇਵਾ ਕੀਤੀ ਉਸ ਦਾ ਤੁਸੀਂ ਸਾਨੂੰ ਇਹ ਫਲ ਦਿੱਤਾ। ਕਿਹੜੀ ਸੇਵਾ? ਸਾਨੂੰ 2 ਟਾਈਮ ਦੀ ਰੋਟੀ ਦੇਣ ਲਈ ਵੀ ਤੁਸੀਂ ਪਰਚੀ ਕੱਢਣ ਦਾ ਸੋਚ ਲਿਆ। ਆਪਣੀ ਮਾਂ ਦਾ ਚੰਗੇ ਹਸਪਤਾਲ ਵਿੱਚ ਇਲਾਜ ਕਰਾਉਣ ਦੀ ਬਜਾਏ ਤੁਹਾਨੂੰ ਤਾਂ ਬਟਵਾਰੇ ਦੀ ਪੈ ਗਈ। ਤੁਹਾਡੀ ਇਸ ਸੇਵਾ ਦਾ ਨਤੀਜਾ ਹੈ ਕਿ ਮੇਰੀ ਪਤਨੀ ਵੀਲ ਚੇਅਰ ਤੇ ਆ ਗਈ ਹੈ। ਜਰਾ ਦੇਖੋ ਤਾਂ ਸਹੀ ਉਸ ਦੀ ਹਾਲਤ। ਇਹ ਕਹਿੰਦੇ ਹੋਏ ਗਿਆਨ ਸਿੰਘ ਜੀ ਸਿਸਕੀਆਂ ਲੈ ਕੇ ਰੋਣ ਲੱਗੇ। ਆਪਣੇ ਪਤੀ ਨੂੰ ਇਸ ਤਰ੍ਹਾਂ ਰੋਂਦੇ ਹੋਏ ਦੇਖ ਉਹਨਾਂ ਦੀ ਪਤਨੀ ਵੀ ਆਪਣੇ ਹੰਝੂਆਂ ਤੇ ਕਾਬੂ ਨਾ ਪਾ ਸਕੀ। ਦੋਨੇ ਨੂੰਹਾਂ ਜੋ ਹੁਣ ਤੱਕ ਬੜੀਆਂ ਖੁਸ਼ ਸਨ, ਗਿਆਨ ਸਿੰਘ ਜੀ ਦਾ ਫੈਸਲਾ ਸੁਣਨ ਤੋਂ ਬਾਅਦ ਅਚਾਨਕ ਉਹਨਾਂ ਦੀ ਖੁਸ਼ੀ ਦੁੱਖ ਵਿੱਚ ਬਦਲ ਗਈ। ਸਭ ਤੋਂ ਛੋਟੇ ਪੁੱਤਰ ਨੇ ਕਿਹਾ ਕਿ ਡੈਡੀ ਜੀ, ਸਾਨੂੰ ਜਾਇਦਾਦ ਵਿੱਚੋਂ 1 ਪੈਸਾ ਵੀ ਨਹੀਂ ਚਾਹੀਦਾ। ਸਾਨੂੰ ਤਾਂ ਸਿਰਫ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਤੇ ਉਮਰ ਭਰ ਲਈ ਤੁਹਾਡਾ ਸਾਥ ਚਾਹੀਦਾ। ਪਰ ਗਿਆਨ ਸਿੰਘ ਜੀ ਕਹਿਣ ਲੱਗੇ ਕਿ ਨਹੀਂ ਪੁੱਤਰ, ਮੈਂ ਦੇਣਾ ਚਾਹੁੰਦਾ ਹਾਂ ਤੇ ਤੂੰ ਮਨਾ ਵੀ ਨਾ ਕਰ। ਅਗਲੇ ਦਿਨ ਸਵੇਰੇ ਗਿਆਨ ਸਿੰਘ ਜੀ ਆਪਣੀ ਪਤਨੀ ਦੇ ਨਾਲ ਛੋਟੇ ਬੇਟੇ ਦੇ ਨਾਲ ਚੰਡੀਗੜ੍ਹ ਚਲੇ ਗਏ। ਉੱਥੇ ਉਹ ਆਪਣੀ ਮੰਮੀ ਨੂੰ ਕਿਸੇ ਵਧੀਆ ਸਪੈਸ਼ਲਿਸਟ ਡਾਕਟਰ ਕੋਲ ਲੈ ਕੇ ਗਿਆ, ਜਿੱਥੇ ਡਾਕਟਰ ਨੇ ਉਹਨਾਂ ਨੂੰ ਖਾਸ ਤਰ੍ਹਾਂ ਦੀ ਡਾਈਟ ਤੇ ਐਕਸਰਸਾਈਜ਼ ਕਰਨ ਲਈ ਕਿਹਾ। ਉਸ ਦੀ ਪਤਨੀ ਨੇ ਡਾਕਟਰ ਤੋਂ ਸਭ ਕੁਝ ਚੰਗੀ ਤਰ੍ਹਾਂ ਸਮਝ ਲਿਆ ਤੇ ਆਪਣੀ ਸੱਸ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ। ਕੁਝ ਹੀ ਦਿਨਾਂ ਵਿੱਚ ਗਿਆਨ ਸਿੰਘ ਜੀ ਦੀ ਪਤਨੀ ਬਿਲਕੁਲ ਠੀਕ ਹੋ ਗਈ। ਗਿਆਨ ਸਿੰਘ ਜੀ ਦੇ ਛੋਟੇ ਪੁੱਤਰ ਨੇ ਆਪਣੀ ਚੰਗੀ ਪਰਵਰਿਸ਼ ਦਿਖਾਈ ਤੇ ਆਪਣੇ ਮੰਮੀ ਡੈਡੀ ਨੂੰ ਇੱਕ ਨਵੀਂ ਉਮੀਦ ਤੇ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ। ਕਾਸ਼ ਸਾਰੇ ਮਾਪਿਆਂ ਕੋਲ ਅਜਿਹਾ ਹੀ ਇੱਕ ਪੁੱਤਰ ਹੋਵੇ। ਗਿਆਨ ਸਿੰਘ ਜੀ ਕਿਸਮਤ ਵਾਲੇ ਸੀ ਕਿ ਉਹਨਾਂ ਦੇ ਛੋਟੇ ਪੁੱਤਰ ਨੇ ਉਹਨਾਂ ਦੀ ਹਾਲਤ ਨੂੰ ਸਮਝਿਆ ਤੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਬਖਸ਼ੀ। ਸੋ ਦੋਸਤੋ, ਮਾਂ ਦੀਆਂ ਦੁਆਵਾਂ ਤੇ ਪਿਤਾ ਦਾ ਪਿਆਰ ਯਾਦ ਰੱਖਣਾ ਕਦੇ ਨਹੀਂ ਜਾਂਦਾ ਬੇਕਾਰ। ਸੋ ਤੁਹਾਡੇ ਕੀ ਵਿਚਾਰ ਹਨ ਗਿਆਨ ਸਿੰਘ ਜੀ ਦੇ ਫੈਸਲੇ ਬਾਰੇ ਕਿ ਉਹ ਕਿੰਨਾ ਕੁ ਸਹੀ ਸੀ? ਜ਼ਰੂਰ ਲਿਖ ਕੇ ਦੱਸਿਓ। ਕਹਾਣੀ ਚੰਗੀ ਲੱਗੀ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ।